ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕੋ ਨਜ਼ਰ ਕਰਮ ਹੋਵੈ, ਹਿਰਦੇ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪੋ ਸਾਰੰਗ ਪਾਣੀ। ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ ਸਤਿਗੁਰੂ ਬਾਝੋ, ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਕਰੇ ਰਸਨਾ, ਕਿਆ ਕਛੂ ਨਾ ਜਾਣੀ। ਚਿਤ ਜਿਨ ਕਾ ਹਿਰ ਲਿਆ, ਮਾਇਆ ਬੋਲਣ ਪਏ ਰਵਾਣੀ। ਕਹਿ ਨਾਨਕ ਸਤਿਗੁਰੂ ਬਾਝੋ, ਹੋਰ ਕੱਚੀ ਬਾਣੀ। ਗੁਰ ਆਨੰਦ ਸਾਹਿਬ ਦੀ ਬਾਣੀ ਦੀ ਵਿਚਾਰ ਅਸੀਂ ਕਰ ਰਹੇ ਹਾਂ। ਔਰ ਉਹਦੀ ਜੋ ਲੜੀਵਾਰ ਵਿਚਾਰ ਅਸੀਂ ਜੋ ਕਰ ਰਹੇ ਹਾਂ, ਉਹਦੇ 'ਚ ਹੁਣੇ 3 ਪੌੜੀਆਂ ਜੋ ਅਸੀਂ ਸਰਵਣ ਕੀਤੀਆਂ, ਉਹਨਾਂ ਦੇ ਵਿਚਾਰ ਆਰੰਭ ਕਰੀ। ਇੱਕ ਵਾਰੀ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਆਨੰਦ ਨੂੰ ਪ੍ਰਾਪਤ ਕਰਨ ਦੀ ਇੱਕ ਇੱਛਾ ਹਰ ਇੱਕ ਦੇ ਅੰਦਰ ਮਨ 'ਚ ਹੈਗੀ ਹੈ ਨਾ, ਉਸੀ ਦੀ ਵਿਆਖਿਆ ਪੂਰੀ ਬਾਣੀ ਦੇ ਵਿੱਚ ਸਾਨੂੰ ਮਿਲਦੀ ਹੈ। ਉਹਦੇ ਲਫ਼ਜ਼ ਵੱਖਰੇ ਵੱਖਰੇ ਨੇ। ਉਸ ਆਨੰਦ ਨੂੰ ਕਈ ਰੂਪਾਂ ਦੇ ਵਿੱਚ, ਕਈ ਲਫ਼ਜ਼ਾਂ ਦੇ ਵਿੱਚ ਗੁਰੂ ਸਾਹਿਬ ਨੇ ਉਹਦਾ ਜ਼ਿਕਰ ਕੀਤਾ। ਔਰ ਜ਼ਿੰਦਗੀ ਦਾ ਮਕਸਦ ਸਾਡਾ ਉਸ ਆਨੰਦ ਨੂੰ ਪ੍ਰਾਪਤ ਕਰਨਾ ਹੀ ਹੈ। ਕਾਪੀ ਪੈਨਸਲ ਲੈ ਲਈਏ ਨਾ, ਔਰ ਅਸੀਂ ਜ਼ਿੰਦਗੀ ਦੇ ਮਕਸਦ ਲਿਖਣੇ ਸ਼ੁਰੂ ਕਰੀਏ, ਸਾਨੂੰ ਕੀ ਚਾਹੀਦਾ, 2 4 6 10 ਜਿੰਨੇ ਵੀ ਪੁਆਇੰਟਸ ਅਸੀਂ ਲਿਖ ਸਕੀਏ। ਤੇ ਜਿਹੜੇ ਵੀ ਚੀਜ਼ਾਂ ਅਸੀਂ ਲਿਖਾਂਗੇ ਨਾ ਕਿ ਹਾਂ ਵੀ ਮੈਨੂੰ ਜ਼ਿੰਦਗੀ 'ਚ ਇਹ ਚੀਜ਼ਾਂ ਚਾਹੀਦੀਆਂ, ਇਹ ਹੋਣਾ ਚਾਹੀਦਾ, ਉਹ ਸਾਰਿਆਂ ਦੇ ਪਿੱਛੇ ਭਾਵਤ ਜਾਂ ਉਹਦਾ ਮਕਸਦ, ਉਹਦੀ ਜਿਹੜੀ ਅੰਤਿਮ ਜਿਹੜੀ ਜਰਨੀ ਹੈ, ਦਾ ਜਿਹੜਾ ਪੜਾਅ ਹੈ ਨਾ, ਜਿਹਨੂੰ ਅਸੀਂ ਡੈਸਟੀਨੇਸ਼ਨ ਕਹਿੰਦੇ ਹਾਂ, ਉਹ ਆਨੰਦ ਹੀ ਹੋਏਗਾ। ਭਾਵੇਂ ਉਹ ਦੇਹ ਰੁਕਤਾ ਲੈ ਲਈਏ, ਭਾਵੇਂ ਉਹ ਕੋਈ ਪੈਸਾ ਲੈ ਲਈਏ, ਭਾਵੇਂ ਕੋਈ ਵੀ ਮੈਟੀਰੀਅਲਿਸਟਿਕ ਚੀਜ਼ ਲੈ ਲਈਏ, ਭਾਵੇਂ ਅੰਦਰ ਦੀ ਕੁਛ ਵੀ ਕਿਸੇ ਵੀ ਪਾਸੇ, ਉਹ ਪਹੁੰਚਣ ਦੀ ਜਿਹੜੀ ਲਾਸਟ ਜਿਹੜਾ ਪੜਾਅ ਹੈ ਨਾ, ਉਹ ਆਨੰਦ ਹੀ ਹੋਏਗਾ। ਔਰ ਗੁਰਬਾਣੀ ਪੜ੍ਹਨ ਦਾ ਵੀ ਮਕਸਦ ਸਾਡਾ ਇਹੀ ਹੁੰਦਾ। ਇਹ ਗੱਲ ਵੱਖਰੀ, ਅਸੀਂ ਮਿਸਗਾਈਡਡ ਨਾ ਕਿਤੇ। ਐਕਚੁਅਲ ਮਕਸਦ ਸਾਡਾ ਉਹੀ ਹੋਣਾ ਚਾਹੀਦਾ ਜਿੱਥੇ ਤੱਕ ਸਾਨੂੰ ਗੁਰੂ ਸਾਹਿਬ ਪਹੁੰਚਾਉਣਾ ਚਾਹੁੰਦੇ ਨੇ। ਗੁਰਦੁਆਰੇ ਆਉਣ ਦਾ ਵੀ ਸਾਡਾ ਮਕਸਦ ਇਹੀ ਹੈ। ਕੀ ਕਰਨ ਆਉਂਦੇ ਆ ਗੁਰਦੁਆਰੇ? ਉਹ ਗੱਲ ਵੱਖਰੀ ਹੈ ਕਿ ਸਾਡੀਆਂ ਆ ਕੇ ਅਰਦਾਸਾਂ ਕਿਸੇ ਵੀ ਕਿਸਮ ਦੀਆਂ ਹੈਗੀਆਂ, ਲੇਕਿਨ ਉਹਦੇ ਪਿੱਛੇ ਭਾਵਨਾ ਉਹੀ ਆਨੰਦ ਦੀ ਹੁੰਦੀ ਹੈ, ਖੁਸ਼ੀ ਦੀ ਹੁੰਦੀ ਹੈ, ਖੇੜੇ ਦੀ ਹੁੰਦੀ ਹੈ। ਲੇਕਿਨ ਇਹ ਗੱਲ ਵੱਖਰੀ ਹੈ ਕਿ ਅਸੀਂ ਉਸੇ ਜਗ੍ਹਾ ਤੱਕ ਮੌਜੂਦ ਰਹਿ ਜਾਂਦੇ ਹਾਂ, ਕਿਉਂਕਿ ਸਾਡਾ ਲਫ਼ਜ਼ਾਂ ਦੇ ਵਿੱਚ ਸਾਡੀ ਜਿਹੜੀ ਗੱਲਾਂ ਨਿਕਲਦੀਆਂ ਨਾ, ਸਾਨੂੰ ਉਹੀ ਪਾਉਣ ਦੀ ਇੱਛਾ ਸਾਡੀ। ਹੁਣ ਇੱਕ ਸ਼ਬਦ ਅਸੀਂ ਪਿੱਛੇ ਜੇ ਡਿਸਕਸ ਕੀਤਾ, ਤੁਮ ਕਰੋ ਦਇਆ ਮੇਰੇ ਸਾਈਂ। ਅੱਗੇ ਕਹਿੰਦੇ ਨੇ ਐਸੀ ਮਤ ਦੀਜੈ ਮੇਰੇ ਠਾਕੁਰ, ਸਦਾ ਸਦਾ ਤੁ ਧਿਆਈ। ਹੁਣ ਇਹ ਮਤ ਲੈਣ ਦੀ ਜਿਹੜੀ ਭਾਵਨਾ ਨਾ, ਇਹ ਸਾਡੀ ਕਦੀ ਨਹੀਂ ਆਈ ਗੁਰਦੁਆਰੇ ਆ ਕੇ ਜਾਂ ਬਾਣੀ ਪੜ੍ਹਨ ਵੇਲੇ। ਜਿੱਥੇ ਤੱਕ ਗੁਰੂ ਸਾਹਿਬ ਸਾਨੂੰ ਪਹੁੰਚਾਉਣਾ ਚਾਹੁੰਦੇ ਨੇ ਕਿ ਇਹ ਤੇਰਾ ਮਕਸਦ ਹੋਣਾ ਚਾਹੀਦਾ ਸੀ। ਹਾਂ, ਮਤ ਆ ਜਾਏ, ਉਹ ਮਤ ਤੋਂ ਬਾਅਦ ਉਹ ਬਾਕੀ ਚੀਜ਼ਾਂ ਨਾਲ ਹੀ ਜੁੜੀਆਂ ਹੋਈਆਂ ਸਾਰੀਆਂ। ਐਜੂਕੇਸ਼ਨ ਹੈ, ਪੈਸਾ ਹੈ, ਜੋ ਪ੍ਰੋਸਪੈਰਿਟੀ ਹੈ, ਜੋ ਵੀ ਸਾਨੂੰ ਅਸੀਂ ਚਾਹੀਦਾ, ਉਹ ਮਤ ਦੇ ਨਾਲ ਜੁੜੀ ਹੋਈ ਹੈ। ਜੇ ਮਤ ਹੈ, ਸੋਝੀ ਹੈ, ਅਕਲ ਹੈ, ਉਹ ਚੀਜ਼ਾਂ ਨਾਲ ਆ ਹੀ ਜਾਂਦੀਆਂ। ਔਰ ਗੁਰਦੁਆਰੇ ਹੋਏ ਸੋਝੀ ਪਾਏ ਸੀ, ਬਸ ਇਹ ਮਕਸਦ ਸਾਡਾ ਹੋਣਾ ਚਾਹੀਦਾ। ਔਰ ਕਾਸ਼ ਕਦੀ ਸਾਡੇ ਗੁਰਦੁਆਰੇ ਇਸ ਮਕਸਦ ਵਾਸਤੇ ਵਰਤਣੇ ਸ਼ੁਰੂ ਹੋ ਜਾਣ। ਜਿਹੜਾ ਉੱਥੇ ਦਾ ਸਿਸਟਮ ਸਾਡੇ ਫਿਲਹਾਲ ਜਿਹੜਾ ਹੈਗਾ ਨਾ, ਉਸ ਤੋਂ ਹਟ ਕੇ ਸਾਡੇ ਗੁਰਦੁਆਰੇ
ਐਜੂਕੇਸ਼ਨ, ਕੋਈ ਮੈਡੀਕਲ ਅਸਿਸਟੈਂਟ ਉਹਦੇ ਵਾਸਤੇ ਹੋਏ, ਸਾਨੂੰ ਕੁਝ ਸਿਹਤ ਦਾ ਹੀ ਕੋਈ ਸਾਡੀ ਕੋਈ ਉੱਥੋਂ ਮਿਲ ਸਕੇ, ਕੋਈ ਸਾਡੇ ਪਰਿਵਾਰਿਕ ਸਮੱਸਿਆਵਾਂ ਉਹਦਾ ਕੋਈ ਹੱਲ ਮਿਲ ਸਕੇ ਇੱਥੋਂ ਦੀ, ਜਿਸ ਮਕਸਦ ਵਾਸਤੇ ਗੁਰਦੁਆਰੇ ਬਣਾਏ ਗਏ ਨੇ। ਕੋਈ ਸਾਡੀ ਫਾਈਨੈਂਸ਼ੀਅਲ, ਕੋਈ ਇਕਨੋਮਿਕਲ ਜਿਹੜੀ ਹੈ ਉਹ ਗਰੋਥ ਹੋਏ, ਕੋਈ ਅਸੀਂ ਕੋਈ ਹੋਰ ਸਾਡੀ ਤਰੱਕੀ ਹੋਏ, ਇਸ ਮਕਸਦ ਵਾਸਤੇ ਗੁਰਦੁਆਰੇ ਬਣੇ ਸੀ। ਕਾਸ਼ ਕਦੀ ਇਸ ਵਾਸਤੇ ਸਾਡੇ ਵੱਲ ਯੂਜ਼ ਹੋਣੇ ਸ਼ੁਰੂ ਹੋ ਜਾਣ। ਹੋ ਸਕਦੇ ਨੇ, ਬੜੇ ਢੰਗ ਨੇ, ਬੜੇ ਤਰੀਕੇ ਨੇ। ਜਿਤਨਾ ਗੁਰਦੁਆਰਿਆਂ ਦੇ ਵਿੱਚ ਸਾਡੇ ਲੰਗਰ ਤਿਆਰ ਹੁੰਦਾ ਹੈ ਜਾਂ ਨਗਰ ਕੀਰਤਨਾਂ ਤੇ, ਜਾਂ ਜਿਤਨਾ ਵੀ ਸਭ ਕੁਝ ਚੀਜ਼ਾਂ ਤਿਆਰ ਹੁੰਦੀਆਂ, ਮੈਂ ਕਹਿੰਦਾ ਸਬਜ਼ੀਆਂ ਔਰ ਦਾਲਾਂ ਦਾ ਹੀ ਰੱਖ ਲਈਏ। ਜੇ ਉਹ ਸਬਜ਼ੀਆਂ ਦਾਲਾਂ ਪੰਜਾਬ ਦੇ ਜਾਂ ਸਾਡੇ ਕਿਸਾਨਾਂ ਨੂੰ ਉਹਨਾਂ ਦੇ ਆਰਡਰ ਮਿਲ ਜਾਣ ਨਾ, ਡਾਇਰੈਕਟ ਪਹੁੰਚਾਉਣ ਦਾ ਕੋਈ ਸਿਸਟਮ ਅਸੀਂ ਬਣਾ ਦਈਏ, ਕਦੀ ਉਹ ਫਾਂਸੀਆਂ ਲਾ ਕੇ ਸੁਸਾਈਡ ਨਾ ਕਰਨ। ਉਹਨਾਂ ਨੂੰ ਰਜਵੀ ਕੀਮਤ ਉੱਥੇ ਮਿਲ ਜਾਏ ਗੁਰਦੁਆਰੇ ਤੋਂ, ਜੋ ਆਲਰੇਡੀ ਪੇ ਹੋ ਰਹੀ ਹੈ, ਜੇ ਉਹਨਾਂ ਨੂੰ ਡਾਇਰੈਕਟ ਪਹੁੰਚਾ ਕੇ ਕਦੀ ਉਹਨਾਂ ਨੂੰ ਲੋੜ ਹੀ ਨਾ ਪਏ ਖਰਚੇ ਲੈਣ ਦੀ। ਜੇ ਐਜੂਕੇਸ਼ਨ ਸਿਸਟਮ ਸਾਡੇ, ਜੇ ਹਰ ਵੱਡੇ ਗੁਰਦੁਆਰੇ ਦੇ ਵਿੱਚ ਜੇਕਰ ਕਿਤੇ ਸਕੂਲ ਖੁੱਲ ਜਾਏ, ਤੇ ਜੇ ਛੋਟਾ ਗੁਰਦੁਆਰਾ ਸਕੂਲ ਨਹੀਂ ਤੇ ਕੋਈ ਕੋਚਿੰਗ ਕਲਾਸਿਸ ਅਸੀਂ ਸਟਾਰਟ ਕਰ ਸਕੀਏ, ਕੋਈ ਅਨਪੜ੍ਹ ਨਹੀਂ ਰਹੇ ਸਾਡੇ ਬੱਚਿਆਂ ਵਿੱਚੋਂ। ਉਹ ਸਿਸਟਮ ਬੜੇ ਈਜ਼ੀਲੀ ਹੈ, ਕੋਈ ਵੱਡੇ ਕਾਰ ਨਹੀਂ ਹੈਗੇ ਜਿਹੜੇ ਨਹੀਂ ਕੀਤੇ ਜਾ ਸਕਦੇ। ਹਰ ਗੁਰਦੁਆਰੇ ਇੱਕ ਛੋਟੀ ਜਿਹੀ ਕਾਰਨਰ ਤੇ ਇੱਕ ਲਾਇਬ੍ਰੇਰੀ ਹੋਏ, ਰੈਕ ਹੀ ਲੱਗਿਆ ਹੋਏਗਾ, ਛੋਟਾ ਗੁਰਦੁਆਰਾ ਹੈ। ਅੱਜ ਕੱਲ ਤਾਂ ਇਤਨਾ ਵਧੀਆ ਸਿਸਟਮ ਆ ਗਿਆ ਸਾਡੇ ਕੋਲ, ਛੋਟੇ ਛੋਟੇ ਕੰਪਿਊਟਰ, ਮਤਲਬ ਛੋਟੀ ਛੋਟੀ ਚਿਪਸ ਹੈਗੀਆਂ ਕੰਪਿਊਟਰ ਦੇ ਵਿੱਚ। ਜਿਤਨਾ ਮਟੀਰੀਅਲ ਹੈਗਾ ਕੋਈ ਪੜ੍ਹ ਨਹੀਂ ਸਕਦਾ, ਜਿਹਦੇ ਕੋਲ ਟਾਈਮ ਨਹੀਂ ਹੈ, ਉੱਥੇ ਕੰਪਿਊਟਰ ਦੇ ਵਿੱਚ ਉਹਦੇ ਸਾਰਾ ਪਿਆ ਹੋਇਆ ਅੱਛਾ ਜਿਤਨਾ ਵੀ ਗੁਰਬਾਣੀ ਵਿਆਖਿਆ ਜਾਂ ਚੀਜ਼ਾਂ ਹੈਗੀਆਂ। ਬੱਚੇ ਆਣ, ਆਪਣਾ ਹੈਡਫੋਨ ਲਗਾਉਣ ਤੇ ਕਾਰਨਰ ਤੇ ਬੈਠ ਕੇ ਅੱਧਾ ਘੰਟਾ ਸੁਣਨ ਤੁਹਾਡੀ ਗੁਰਬਾਣੀ। ਹੁਣ ਸਾਰਾ ਦਿਨ ਪ੍ਰੋਗਰਾਮ ਤੇ ਨਹੀਂ ਚੱਲਦਾ ਨਾ, ਕਿਸੇ ਬੱਚੇ ਕੋਲ ਟਾਈਮ ਨਹੀਂ ਹੈਗਾ ਔਰ ਨਾਈਟ ਡਿਊਟੀ ਕਰਕੇ ਉਹਦਾ ਮਨ ਹੈ ਗੁਰਦੁਆਰੇ ਜਾਣ ਦਾ, ਕੁਝ ਉਹ ਆਂਦਾ ਇੱਥੇ ਕੁਝ ਹੈ ਹੀ ਨਹੀਂ, ਨਾ ਉਹਦੇ ਕੋਲ ਸੁਣਨ ਨੂੰ, ਨਾ ਉਹਦੇ ਕੋਲ ਪੜ੍ਹਨ ਨੂੰ, ਨਾ ਉਹਦੇ ਕੋਲ ਕੁਝ ਹੈ ਹੀ ਨਹੀਂ ਇੱਥੇ। ਤੇ ਜੇ ਸਾਰਾ ਦਿਨ ਪ੍ਰੋਗਰਾਮ ਨਹੀਂ ਯਾਰ ਅਸੀਂ ਕਰ ਸਕਦੇ, ਇੱਕ ਕੰਪਿਊਟਰ ਲੱਗਿਆ ਹੈ, 3-4 ਕੰਪਿਊਟਰ ਵੀ ਲਗਾ ਦਈਏ, ਔਰ ਕੰਪਿਊਟਰ ਦੇ ਆਰਡਰ ਕਿਸੇ ਬੱਚਿਆਂ ਨੂੰ ਦਿੱਤੇ ਜਾਣ, ਸਾਡੇ ਹੀ ਬੱਚਿਆਂ ਨੂੰ, ਜਿਹੜੇ ਕਿ ਤੁਸੀਂ ਲਿਆਓ ਸਿਸਟਮ ਲਗਾਓ ਇੱਥੇ, ਮੇਨਟੇਨ ਕਰੋ, ਉਹਨਾਂ ਨੂੰ ਰੋਜ਼ਗਾਰ ਮਿਲੇ। ਯੰਗਸਟਰ ਆਣ, ਵੱਡਾ ਆਏ, ਬਜ਼ੁਰਗ ਆਏ, ਬੱਚਾ ਆਏ, ਜਿਹਨੂੰ ਜਿਹੜੀ ਚੀਜ਼ ਚਾਹੀਦੀ ਉਹਦੇ ਕਲਿੱਕ ਕਰੇ। ਹਿਸਟਰੀ ਦੀ ਚਾਹੀਦੀ ਹੈ, ਕੋਈ ਗੁਰਬਾਣੀ ਦੀ ਚਾਹੀਦੀ ਹੈ, ਕੋਈ ਇਤਿਹਾਸ, ਕੁਛ ਵੀ ਚਾਹੀਦਾ ਉਹਨੂੰ, ਉਹਦੇ ਤੇ ਕਲਿੱਕ ਕਰੇ, ਹੈਡਫੋਨ ਲਗਾਏ, ਅੱਧਾ ਘੰਟਾ ਜਿੰਨਾ ਉਹਦੇ ਕੋਲ ਟਾਈਮ ਹੈ ਸੁਣੇ, ਘਰ ਜਾਏ। ਇਹ ਸਿਸਟਮ ਬੜਾ ਈਜ਼ੀਲੀ ਬਣਾ ਸਕਦੇ ਹਾਂ ਅਸੀਂ ਗੁਰਦੁਆਰੇ 'ਚ। ਸਪੋਰਟਸ ਐਕਟੀਵਿਟੀ ਸੀ, ਵੱਡਾ ਗੁਰਦੁਆਰਾ ਉੱਥੇ ਆਊਟਡੋਰ ਗੇਮ ਆਉਣ, ਛੋਟੀ ਜਗ੍ਹਾ ਘੱਟ ਹੈ, ਇੰਡੋਰ ਗੇਮ, ਅਸੀਂ ਹਰ ਚੀਜ਼ ਪੋਸੀਬਲ ਹੈ ਜੇ ਕਰਨ ਦਾ ਜਿਹੜਾ ਹੈਗਾ ਉਹ ਅੰਦਰੋਂ ਇੱਕ ਜਜ਼ਬਾ ਹੋਇਆ ਕਰਨ ਦਾ। ਕੋਈ ਵੱਡੇ ਕੰਮ ਨਹੀਂ ਹੈਗੇ। ਜੇ ਲੱਖਾਂ ਕਰੋੜਾਂ ਰੁਪਏ ਦੀਆਂ ਅਸੀਂ ਪਾਲਕੀਆਂ, ਸੋਨਾ ਹੋਰ ਪੱਥਰ ਲਗਾ ਸਕਦੇ ਹਾਂ, ਇਹ ਕੰਮ ਤਾਂ ਕੁਝ ਵੀ ਨਹੀਂ ਹੈਗਾ। ਪਰ ਉਹ ਜਿਹੜੀ ਅੰਦਰੋਂ ਭਾਵਨਾ ਹੈ ਨਾ ਜਿਹੜੀ, ਉਹ ਕਿਤੇ ਸਾਡੀ ਉਸ ਤੋਂ ਵੱਡੀ ਬੜੇ ਦੂਰ ਹੈਗੇ ਆ। ਹੁਣ ਉਸ ਗੱਲ ਨੂੰ ਗੁਰੂ ਸਾਹਿਬ ਦੱਸਦੇ ਨੇ, ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਆਓ ਗਾਵੋ ਸੱਚੀ ਬਾਣੀ। ਹੁਣ ਸੱਚੀ ਬਾਣੀ ਕੀ ਹੈ, ਇਹਨੂੰ ਅਸੀਂ ਬੜਾ ਗੱਲ ਤੇ ਸਮਝ ਲਈ, ਅਸੀਂ ਧਿਆਨ ਅਸੀਂ ਦੇ ਦਈਏ। ਔਰ ਗਾਣਾ ਕੀ ਹੈ ਸਾਡੇ ਹਿਸਾਬ ਨਾਲ, ਤੇ ਗਾਣਾ ਸਿਰਫ ਅਸੀਂ ਉੱਥੇ ਤੱਕ ਮੌਜੂਦ ਹੈ ਨਾ, ਬਾਜਾ ਤਬਲਾ ਲਾ ਲਿਆ, ਚਿਮਟਾ ਢੋਲਕੀਆਂ ਦੇ ਨਾਲ ਗਾ ਲਿਆ, ਇਹਨੂੰ ਗਾਣਾ ਕਹਿੰਦੇ ਨੇ। ਪਰ ਜਦੋਂ ਗੁਰਬਾਣੀ ਅਸੀਂ ਪੜ੍ਹਦੇ ਹਾਂ, ਮੈਂ ਬਹੁਤਾ ਜ਼ਿਆਦਾ ਉਸ ਵਿਸਥਾਰ ਦੇ ਵਿੱਚ ਨਾ ਜਾਵਾਂ, ਅਸੀਂ ਸਾਰਾ ਅੱਗੇ ਸ਼ਬਦ ਕਰਨਾ, ਲੇਕਿਨ ਬਹੁਤੇ ਸਾਰੇ ਐਗਜ਼ਾਮਪਲ ਨੂੰ ਅਸੀਂ ਨਾ ਡਿਸਕਸ ਕਰੀਏ। ਲੇਕਿਨ ਰੋਜ਼ਮਰਰਾ ਦੀ ਬਾਣੀ 'ਚ ਜੋ ਅਸੀਂ ਰੋਜ਼ ਪੜ੍ਹਦੇ ਹਾਂ, ਜੇ ਉਹਦੇ 'ਚ ਇਹ ਲਾਈਨ ਆ ਗਈ ਹੈ, ਗਾਵਣ ਤੁਧਨੋ ਪਾਵਣ ਪਾਣੀ ਬੈਸੰਤਰ, ਅਸੀਂ ਇਸ ਪੰਕਤੀ ਨੂੰ ਹੀ ਸਮਝ ਲਈਏ। ਤੈਨੂੰ ਪਾਵਣ ਗਾ ਰਹੀ ਹੈ, ਪਾਣੀ ਗਾ ਰਿਹਾ, ਅੱਗ ਗਾ ਰਹੀ ਹੈ। ਹੁਣ ਕਿਹੜਾ ਤਬਲਾ ਬਾਜਾ ਪਾਣੀ ਲੈ ਕੇ ਬੈਠਾ, ਕਿਹੜੀ ਢੋਲਕੀ ਛਾਣੀ ਅੱਗ ਲੈ ਕੇ ਬੈਠੀ। ਹੁਣ ਉੱਥੋਂ ਜਦੋਂ ਅਸੀਂ ਭਾਵ ਅਰਥ ਜਦੋਂ ਸਮਝਾਂਗੇ ਨਾ, ਤੇ ਉੱਥੋਂ ਕੇਵਲ ਤੇ ਕੇਵਲ ਇੰਨੀ ਗੱਲ, ਸਾਰੀ ਹੋਰ ਵੀ ਜਿੰਨੀ ਵੀ ਗਾਉਣ ਦੀਆਂ ਫਿਰ ਸਾਨੂੰ ਟੈਕਨੀਕ ਹੈ ਜਾਂ ਸਮਝ ਆ ਜਾਏਗੀ ਸਾਨੂੰ। ਪਾਣੀ ਦਾ ਜਿਹੜਾ ਫਰਜ਼ ਹੈ ਨਾ, ਪਾਣੀ ਦਾ ਜਿਹੜਾ ਹੁਕਮ ਹੈ, ਪਾਣੀ ਨੂੰ ਜਿਹੜਾ ਸਿਸਟਮ ਦੇ ਵਿੱਚ ਪਾਣੀ ਕਦੀ ਵੀ, ਉਹਦਾ ਪਾਣੀ ਦਾ ਕੰਮ ਕੀ ਹੈ? ਗੰਦਗੀ ਧੋਣਾ, ਸਵੱਛ ਰੱਖਣਾ, ਪਿਆਸ ਬੁਝਾਉਣਾ।
ਕਿਸੇ ਵੀ ਕੰਡੀਸ਼ਨ ਦੇ ਵਿੱਚ ਕਿਸੇ ਵੀ ਤਰ੍ਹਾਂ ਉਹ ਪਾਣੀ ਆਪਣੇ ਫਰਜ਼ ਆਪਣੀ ਡਿਊਟੀ ਭੁੱਲਦਾ ਨਹੀਂ ਹੈ। ਇਹ ਗਾ ਰਿਹਾ ਨਾ, ਅੱਗ ਦਾ ਕੰਮ ਹੈ ਹੀਟ ਦੇਣਾ, ਸਾੜਨਾ। ਜਿਹੜਾ ਉਹਦਾ ਫਰਜ਼ ਹੈ, ਜਿਹੜਾ ਉਹਦਾ ਕੰਮ ਹੈ, ਜਿਹੜਾ ਉਹਦਾ ਉਹ ਜਿਹੜੇ ਸਿਸਟਮ ਇਹ ਪਵਨ ਹੈ, ਸਾਹ, ਉਹ ਉਸ ਸਿਸਟਮ ਦੇ ਵਿੱਚ ਰਹਿਣਾ, ਰੱਬੀ ਨਿਯਮ ਦੇ ਵਿੱਚ ਰਹਿਣਾ, ਇਹਨੂੰ ਗਾਣਾ ਕਹਿੰਦੇ ਨੇ। ਐਕਚੁਅਲ ਵਿੱਚ ਗਾਣਾ ਉਹਨੂੰ ਹੈ ਜਿਹਨੇ ਉਹਦੀ ਅਧੀਨਤਾ ਕਬੂਲ ਕਰਕੇ। ਬੱਚਾ ਕਹਿੰਦਾ ਨਾ, ਅਸੀਂ ਕਹਿੰਦੇ ਨਾ ਬੱਚੇ ਨੂੰ ਕਿਸੇ ਟੀਚਰ ਦੇ ਕਹਿੰਦੇ ਆ ਤੇ ਸਾਰਾ ਦਿਨ ਉਹਦੇ ਗੀਤ ਗਾਉਂਦਾ ਰਹਿੰਦਾ, ਕਿਉਂਕਿ ਉਹਦੇ ਦਿਮਾਗ ਦੇ ਵਿੱਚ ਉਹਦੀ ਜਿਹੜਾ ਪਰਸਨੈਲਿਟੀ ਜਿਹੜੀ ਹੈ ਉਹਦੇ ਅੰਦਰ ਦਿਮਾਗ ਤੇ ਛਾ ਗਈ ਹੈ। ਸੋ ਜਿੰਨੇ ਫਰਜ਼ ਨੇ, ਜਿੰਨੀ ਰਿਸਪੌਂਸਿਬਿਲਿਟੀਜ਼ ਨੇ, ਔਰ ਇਹੀ ਧਰਮ ਹੈ। ਧਰਮ ਦਾ ਨਾਮ ਵੀ ਫਰਜ਼ ਔਰ ਰਿਸਪੌਂਸਿਬਿਲਿਟੀਜ਼ ਹੀ ਹੈਗੀਆਂ। ਅਸੀਂ ਕਹਿੰਦੇ ਆ ਨਾ, ਬੱਚੇ ਨੂੰ ਪਾਲਣਾ, ਉਹਨੂੰ ਸਾਰੇ ਖਾਣੇ ਪੀਣੇ ਦਾ ਧਿਆਨ ਰੱਖਣਾ, ਇਹ ਮਾਂ ਦਾ ਧਰਮ ਹੈ। ਅਸੀਂ ਧਰਮ ਕਿਹਨੂੰ ਸਮਝਾਇਆ? ਕਿਸੇ ਨੂੰ ਪੁੱਛ ਲਓ ਧਰਮ ਕੀ ਹੈ, ਸਾਨੂੰ ਪੁੱਛ ਲੈ ਨਾ ਧਰਮ ਕੌਣ ਕਿਹਨੂੰ ਕਹਿੰਦੇ ਨੇ, ਧਰਮੀ ਕੌਣ ਹੁੰਦਾ? किसे हिंदू ने पूछ लो धर्म किसे कहते हैं, धर्मी कौन होता है? वो कहेगा धर्म जड़ा बंदा मत्थे टिक्का लाए, रोज मंदिर जाए, मूर्ति दे अगे मत्था टेके, उहदे अगे फुल हार चढ़ाए, यह सब करे, वो धर्मी होंदा, और यही धर्म है। किसी मुस्लिम को पूछ लो, इस्लाम से पूछ लो, कहेगा जो 5 वक्त का नमाजी होए, रोजे रखता होए, है खुदा नूं मनदा होए, वो धर्मी है। मस्जिद जाए, ये करे, वो करे, सब कुछ एनू धर्म कहते हैं। सानू कोई पूछ ले, असी कहते नितनेम करे, अखंड पाठ घर कराए, हैं गुरुद्वारे जाए, मत्था टेके, परिक्रमा करे, ये सारे जितने भी असी कहते हैं ना, एनू धर्मी कहते हैं, एनू धर्म कहते हैं। वखो वखरा हो गया ना सारा सिस्टम। लेकिन गुरु नानक साहब तो पूछे, कहते हैं एको धर्म दृढ़ सच, कोई धर्म एक ही हुंदा, वो धर्म है रिस्पॉन्सिबिलिटी। कोई भी किसी दुनिया के हर मां की धर्म ही है कि अपने बच्चे को पालना। दुनिया के हर डॉक्टर का धर्म है कि मरीज को चंगी देखभाल करनी, उन्होंने चंगा इलाज करना। दुनिया के हर जज की कुर्सी पर बैठे का धर्म है कि उन्होंने न्याय करे। यह धर्म है, यह सच है, क्योंकि ये लॉज ऑफ नेचर है। 2+2 किसी मुस्लिम नूं वखरा ते इस्लाम नूं क्रिश्चियन नूं वखरा नहीं पढ़ाया जाता। साइकोलॉजी है, ह्यूमन साइकोलॉजी है। कभी देखिया कभी बोधी नूं वखरी पढ़ाई होए ते किसी चैनी नूं वखरी पढ़ाई होए? इक्को ही पढ़ाई होंदी है। साइंस के फॉर्मूले जिन्ने भी है, मैथमैटिक्स के फॉर्मूला जिन्ने भी ने, किसी सिख नूं वखरा ते मुसलमान नूं वखरा पढ़ाया जाता, क्योंकि लॉज ऑफ नेचर के उत्ते डिपेंड होंदे ने। वो इस तरह नहीं होंदे आप बनाए हुए। हाँ, जिहड़ी मनुक्खां दी बनाई हुई है वो वखो वखरे ने। सो जिम्मेवारी निभानी, गाना। आओ सिख सतगुर के प्यारो, गावो सच्ची बाणी, बाणियां बाणी ता गावो गुरु केरी, बाणियां सिर बाणी। यह बाणियां सिर बाणी है। सच नूं निभाना, अपने फर्जां नूं निभाना। धर्म नूं निभाना। देखो धर्म हुण जदों असीं गुरबाणी असीं पढ़दे ना, असीं धर्म नूं असीं समझ लिया ना कि जिम्मेवारी है। एको धर्म दृढ़ सच कोई, ते कबीर साहब कहते हैं जहां ज्ञान तैं धर्म है। असीं कहने इत्थे धर्म है, उत्थे धर्म है, यह धर्म है, वो धर्म है। हुण अगे कहते ने जहां ज्ञान तै धर्म है, जहां लोभ तै पाप। अगे क्या जी? जहां जहां ज्ञान तै धर्म है, जहां लोभ तै पाप। झूठ 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 दुनी गुमान। दुनी गुमान जड़ा ना झूठ है, सिर्फ गल का झूठ नहीं है। क्योंकि गुमान जड़ा ना
ਅਸੀਂ ਕੋਈ ਬੰਦਾ ਐਵੇਂ ਬਣਾ ਕੇ ਬੈਠਾ ਹੋਇਆ, ਐਕਚੁਅਲ ਦੇ ਵਿੱਚ ਹੈ ਨਹੀਂ। ਗੁਮਾਨ ਟੁੱਟ ਗਏ ਨੇ ਕੱਲ ਪਰਸੋਂ ਹੀ, ਜਿਹੜੇ ਵੱਡੇ ਵੱਡੇ ਪੌਦਿਆਂ ਤੇ ਬੈਠੇ ਸੀ, ਕਿਉਂਕਿ ਉਹਨਾਂ ਦੇ ਸੀ ਪਤਾ ਨਹੀਂ ਅਸੀਂ ਕੀ ਹੈਗੇ ਆ। ਸਾਡੇ ਸਾਹਮਣੇ ਹੀ ਹੋਇਆ, ਪ੍ਰਧਾਨ ਥੱਲੇ ਆ ਗਏ ਨੇ, ਥੱਲੇ ਲੋਤੇ ਚਲੇ ਗਏ। ਉਹ ਦੁਨੀ ਗੁਮਾਨ ਸੀ ਨਾ ਜਿਹੜਾ ਖਤਮ, ਪਤਾ ਹੀ ਨਹੀਂ ਚੱਲਿਆ ਕਿੱਥੇ ਗਿਆ। ਉਹ ਝੂਠ ਸੀ ਸਾਰਾ, ਉਹ ਸਮਝਿਆ ਹੋਇਆ ਸੀ ਸੱਚ। ਹੁਣ ਇੱਥੋਂ ਦੀ ਸਾਨੂੰ ਨਾ ਜਹਾਂ ਗਿਆਨ, ਇਹ ਤੋਂ ਪਤਾ ਲੱਗਦਾ ਕਿ ਗਿਆਨ ਕਿਸ ਬਾਰੇ ਗਿਆਨ, ਕਿਹੜਾ ਗਿਆਨ? ਗਿਆਨ ਉਹ ਜਿਹੜਾ ਮੇਰੇ ਮਨ ਨੂੰ ਟਿਕਾ ਦੇਵੇ। ਇੱਕ ਗਿਆਨ ਹੁੰਦਾ ਗੱਡੀਆਂ ਸਿੱਖ ਲਈਆਂ ਸੀ, ਕਾਰਪੈਂਟਰੀ ਸਿੱਖ ਲਈ, ਕੋਈ ਹੋਰ ਕੰਮ, ਇਹ ਵੀ ਗਿਆਨ ਹੈ। ਲੇਕਿਨ ਜਿਹੜਾ ਗਿਆਨ, ਜਿਸ ਗਿਆਨ ਦੀ ਗੱਲ ਗੁਰੂ ਸਾਹਿਬ ਕਰ ਰਹੇ ਨਾ, ਉਹ ਗਿਆਨ ਹੈ ਮੇਰੇ ਮਨ ਨੂੰ ਜਿਹੜਾ ਟਿਕਾਏ। ਜਦੋਂ ਤੁਸੀਂ ਪੜ੍ਹਦੇ ਨਾ ਆਸਾ ਦੀ ਵਾਰ, ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ। ਅੱਗੇ ਕੀ ਕਹਿੰਦੇ ਨੇ? ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਗਿਆਨ ਉਹ ਜਿਹੜਾ ਜਿਹਦੇ ਨਾਲ ਮੇਰਾ ਮਨ ਬਣਿਆ ਜੇ, ਜਿਹਦੇ ਨਾਲ ਮੇਰੇ ਮਨ ਨੂੰ ਜਿਹੜਾ ਸਹਿਜ ਮਿਲਦਾ ਹੈ, ਇਹ ਉਹ ਗਿਆਨ, ਉਸ ਗਿਆਨ ਦੀ ਗੱਲ ਕਰ ਰਹੇ ਜਹਾਂ ਗਿਆਨ ਤੇ ਧਰਮ ਹੈ। ਦੁਨਿਆਵੀ ਗਿਆਨ ਦੀ ਗੱਲ ਨਹੀਂ ਚੱਲ ਰਹੀ। ਸੋ ਇੱਕ ਤੋਂ ਬਾਅਦ ਇੱਕ ਸਾਨੂੰ ਵਿੱਚੋਂ, ਇਸ ਤੋਂ ਤਾਂ ਅਸੀਂ ਕਹਿੰਦੇ ਹਾਂ ਕਿ ਗੁਰਬਾਣੀ ਦੇ ਅਰਥ ਗੁਰਬਾਣੀ ਦੇ ਵਿੱਚ ਕੀਤੇ ਹੀ ਹੋਏ ਨੇ। ਸਾਨੂੰ ਬਾਹਰ ਜਾਣ ਦੀ ਲੋੜ ਨਹੀਂ ਹੈ, ਸਿਰਫ ਉਹਨੂੰ ਸਮਝਣ ਦੀ ਲੋੜ ਹੈ। ਜਿਨ ਕੋ ਨਦਰ ਕਰਮ ਹੋਵੇ, ਹਿਰਦੇ ਤਿਨਾ ਸਮਾਣੀ। ਜਿਨ੍ਹਾਂ ਦੇ ਹਿਰਦੇ ਵਿੱਚ ਸਮਾਇਆ ਗਿਆ ਨਾ, ਸਮਝ ਆ ਗਈ ਇਹ ਬਾਣੀ, ਭਾਵ ਜਿਹਨੂੰ ਇਹ ਗੱਲ ਸੱਚ ਦੀ ਸੱਚ ਸਮਝ ਆਇਆ ਅੰਦਰੋਂ, ਇਹ ਸਮਝੋ ਨਦਰ ਕਰਮ ਦੇ ਵਿੱਚ ਆਇਆ। ਹਿਰਦੇ ਤਿਨਾ ਸਮਾਣੀ, ਅਸੀਂ ਪਹਿਲੇ ਵੀ ਕਈ ਵਾਰੀ ਗੱਲ ਕੀਤੀ ਹੈ। ਹਿਰਦੇ ਤਿਨਾ ਸਮਾਣੀ ਕਹਿੰਦੇ ਕਿਹਨੂੰ? ਅਸੀਂ ਅਰਦਾਸ ਕੋਈ ਵੀ ਪ੍ਰੋਗਰਾਮ ਕਰਦੇ ਹਾਂ, ਉਹਦੇ ਬਾਅਦ ਅਰਦਾਸ ਕਰ ਲੈਂਦੇ ਹਾਂ, ਪੜੀ ਸੁਣੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ। ਸੱਚਖੰਡ ਹੈ ਕਿੱਥੇ ਜੀ? ਉਹ ਕਿੱਥੇ ਹੈ ਸੱਚਖੰਡ? ਉਹ ਦੁਨੀਆ ਤੋਂ ਬਾਹਰ ਆ। ਸੱਚਖੰਡ ਮੇਰਾ ਹੀ ਅੰਦਰ ਹੈਗਾ। ਉਹ ਉੱਥੇ ਪ੍ਰਵਾਨ ਹੋਈ ਹੈ ਕਿ ਨਹੀਂ ਹੋਈ, ਅਸੀਂ ਕਦੀ ਦੇਖਿਆ ਹੀ ਨਹੀਂ। ਅਸੀਂ ਕਦੀ ਸੋਚਿਆ ਹੀ ਨਹੀਂ ਕਿ ਉਹ ਪ੍ਰਵਾਨ ਉੱਥੇ ਹੋਈ ਹੈ, ਕਿ ਬਸ ਉੱਤੋਂ ਤੋਂ ਪੜ੍ਹ ਸੁਣ ਕੇ ਆ ਗਏ। ਸੋ ਸਾਰੀ ਗੱਲ ਜਿਹੜੀ ਨਾ, ਅਸੀਂ ਭਾਵ ਅਰਥ ਦੇ ਵਿੱਚ ਜ਼ਰੂਰ ਜਾਈਏ। ਹੁਣ ਅਸੀਂ ਸਮਝ ਲਿਆ ਕਿ ਸੱਚਖੰਡ ਕਿਤੇ ਦੂਰ ਬੈਠਾ ਹੋਇਆ, ਦੂਰ ਹੈ। ਜਿਸ ਤਰ੍ਹਾਂ ਅਸੀਂ ਪੜ੍ਹਦੇ ਹਾਂ ਨਾ ਕਿ ਦਰਗਾਹ ਕੀ ਹੁੰਦੀ ਹੈ ਜੀ, ਸਾਨੂੰ ਕੋਈ ਆਮ ਕੁਐਸਚਨ ਵੀ ਦਰਗਾਹ ਕਿਹਨੂੰ ਕਹਿੰਦੇ? ਬੜਾ ਸਿੰਪਲ ਜਿਹਾ ਆਨਸਰ ਹੁੰਦਾ ਜੀ, ਦਰਗਾਹ ਉਹ ਉੱਥੇ ਜਿੱਥੇ ਰੱਬ ਬੈਠਾ ਆ। ਸੱਚਖੰਡ ਵਸੇ ਨਿਰੰਕਾਲ, ਦਰਗਾਹ ਵੀ ਉਹੀ ਹੈ ਜਿੱਥੇ ਰੱਬ ਬੈਠਾ ਹੋਇਆ। ਹੁਣ ਜਿਹੜੇ ਲੋਕ ਦਰਗਾਹ ਨੂੰ ਇਸ ਤਰ੍ਹਾਂ ਮੰਨਦੇ ਨੇ ਨਾ, ਕਿਸੇ ਜਗ੍ਹਾ ਦੇ ਉੱਤੇ ਖਾਸ ਟਿਕਾਣੇ ਤੇ ਦਰਗਾਹ ਉੱਥੇ ਹੈਗੀ, ਉੱਥੇ ਬੰਦਾ ਜਾਂਦਾ ਹੈ, ਫਿਰ ਉਹਦੇ ਉਹ ਕੇਸਾਂ ਤੋਂ ਫੜ ਕੇ ਘੜੀਸ ਕੇ ਫਿਰ ਉਹਦਾ ਖਾਤਾ ਖੁੱਲਦਾ, ਫਿਰ ਉਹਨੂੰ ਬਈ ਖਾਤੇ ਫੜ ਕੇ ਫਿਰ ਉਹਨੂੰ ਇਸ ਤਰ੍ਹਾਂ ਦੀ ਜਿਹੜੇ ਇਮੇਜਿਨ ਬਣਾਇਆ ਕੀਤਾ ਹੋਇਆ ਨਾ, ਉਹ ਬੰਦੇ ਕਈ ਵਾਰੀ ਸੈਂਕੜੇ ਸੁਖਮਨੀ ਸਾਹਿਬ ਦੇ ਪਾਠ ਕਰ ਚੁੱਕੇ ਹੋਣਗੇ। ਲੇਕਿਨ ਜਿਹੜੀ ਸੁਖਮਨੀ ਸਾਹਿਬ ਦਰਗਾਹ ਦੀ ਡੈਫੀਨੇਸ਼ਨ ਕਹਿੰਦੇ, ਜੋ ਠਾਕੁਰ ਸਦ ਸਦਾ ਹਜ਼ੂਰੇ। ਕੋਈ ਬੜੇ ਸਿੰਪਲ ਅਰਥ ਨੇ। ਜੋ ਠਾਕੁਰ ਸਦ ਸਦਾ ਹਜ਼ੂਰੇ, ਤਾਂ ਕੋ ਅੰਧਾ ਜਾਨਤ ਦੂਰੇ। ਉਹ ਅੰਧਾ ਹੈ ਜਿਹੜਾ ਕਹਿੰਦਾ ਕਿ ਦੂਰ ਰਹਿੰਦਾ। ਅਗਲੀ ਲਾਈਨ ਕੀ ਹੈ? ਜਾਵੇਂ ਕੀ ਟਹਿਲ ਪਾਵੈ ਦਰਗਹਿ ਮਾਨ। ਦਰਗਹਿ ਮਾਨ ਤਿਸੇ ਵਿਸਾਰੈ ਮੁਗਧ। ਹੁਣ ਜਿਹੜਾ ਬੰਦਾ ਹੈ ਕਹਿੰਦਾ ਕਿ ਪਰਮਾਤਮਾ ਕਿਤੇ ਦੂਰ ਬੈਠਾ ਹੈ, ਉਹ ਅੰਨਾ ਹੈ। ਤੇ ਅਗਲੀ ਲਾਈਨ ਕਿ ਫਿਰ ਕਿਸ ਤਰ੍ਹਾਂ ਕਹਿ ਦੇਗਾ ਕਿ ਜਾ ਕੇ ਟਹਿਲ ਪਾਵੇ ਦਰਗਹਿ ਮਾਨ, ਉਹ ਦਰਗਾਹ 'ਚ ਬੈਠਾ। ਪਹਿਲੀ ਲਾਈਨ 'ਚ ਉਹਨੂੰ ਮੂਰਖ ਕਹਿ ਦਿੱਤਾ, ਅੰਨਾ ਕਹਿ ਦਿੱਤਾ। ਤੇ ਅਗਲੀ ਲਾਈਨ ਦੇ ਵਿੱਚ ਉਹ ਕਹੇਗੀ ਦਰਗਾਹ ਕਿੱਥੇ ਹੁੰਦੀ ਹੈ ਜੀ? ਦਰਗਾਹ ਤੇ ਉੱਥੇ ਹੈਗੀ। ਕਹਿੰਦੇ ਪਹਿਲੇ ਕੀ ਪੜ ਗਏ ਆ? ਤੇ ਟਹਿਲ ਮਤਲਬ ਹੁੰਦੀ ਸੇਵਾ। ਕਿੱਥੇ ਕਰੇਗਾ ਫਿਰ ਸੇਵਾ? ਜਾ ਕੇ ਟਹਿਲ ਪਾਵੇ ਦਰਗਹਿ ਮਾਨ ਤਿਸੇ ਵਿਸਾਰੇ। ਉਹ ਵਿਸਾਰ ਗਿਆ, ਇਹਨੂੰ ਵਿਸਾਰ ਰਿਹਾ ਜਿੱਥੇ ਸੇਵਾ ਕਰਨੀ ਸੀ। ਤਿਸੇ ਵਿਸਾਰੇ ਮੁਗਧ ਅਜਾਨ। ਮਤਲਬ ਕਿੰਨੀ ਸੌਖੀ ਔਰ ਸਿੰਪਲ ਭਾਸ਼ਾ ਹੈ, ਕਿੰਨੀ ਸੌਖੀ ਔਰ ਸਿੰਪਲ। ਇੱਕ ਤੋਂ ਬਾਅਦ ਇੱਕ ਸਟੈਪ ਵਾਈਜ਼ ਸਾਨੂੰ ਲਫ਼ਜ਼ ਸਿਖਾਏ ਹੋਏ ਨੇ, ਦੱਸੇ ਹੋਏ ਨੇ, ਉਹ ਜਿਹਦੇ ਅਰਥ ਕੀਤੇ ਹੋਏ ਨੇ।
ਪਹਿਲੇ ਦੱਸ ਦਿੱਤਾ ਕਿ ਕਿੱਥੇ ਰੱਬ ਕਿੱਥੇ ਹੈ, ਦੂਸਰੀ ਚੀਜ਼ ਦੱਸ ਕਿ ਦੂਸਰੀ ਦਰਗਾਹ ਕਿੱਥੇ ਹੈ, ਸੇਵਾ ਕਿੱਥੇ ਕਰਨੀ ਹੈ, ਕਿਹੜੀ ਦਰਗਾਹ। ਇੱਕ ਇਹਨੂੰ ਦਰਗਾਹ ਨੂੰ ਕਿਸੇ ਵੀ ਉਹਦੇ ਚ ਲਾ ਲਓ, ਜਾਂ ਅਰਥ ਸਾਨੂੰ ਕਲੀਅਰ ਹੋਣੇ ਸ਼ੁਰੂ ਹੋ ਜਾਣਗੇ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ। ਇਹ ਅੰਮ੍ਰਿਤ ਪੀਣਾ ਜਿਹੜਾ ਨਾ, ਹੁਣ ਇਹਨੂੰ ਜਿਹੜੀ ਆਨੰਦ ਦੀ ਗੱਲ ਪੂਰੀ ਬਾਣੀ ਚ ਕੀਤੀ ਹੈ ਨਾ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਇਹ ਆਨੰਦਿਤ ਅਵਸਥਾ ਹੈ। ਇਹ ਆਨੰਦ ਦੀ ਦੂਸਰਾ ਨਾਮ ਹੈ, ਦੂਸਰੀ ਇੱਕ ਅਵਸਥਾ ਦੱਸੀ ਹੋਈ ਹੈ। ਸਦਾ ਰਹੋ ਹਰ ਰੰਗ, ਉਹ ਹਰ ਰੰਗ ਦੇ ਵਿੱਚ ਰਹਿਣਾ, ਇਹ ਆਨੰਦ ਦੀ ਪ੍ਰਾਪਤੀ ਦਾ ਇੱਕ ਦੂਸਰਾ ਤਰੀਕਾ ਦੱਸਿਆ ਹੈ। ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਜੇ ਹੁਣ ਕਿੰਨੀ ਕੁ ਦੇਰ ਬਾਣੀ ਗਾ ਲੇਗਾ ਜਦੋਂ ਅਸੀਂ ਗਾਣਾ ਸਮਝਿਆ। ਇੱਥੇ ਸਦਾ ਗਿਆ, ਸਦਾ ਦਾ ਮਤਲਬ ਹੋ ਗਿਆ ਉਹ ਆਪਣੀ ਜ਼ਿੰਮੇਵਾਰੀ, ਉਹ ਰੱਬੀ ਨਿਯਮ ਸਿਸਟਮ ਦੇ ਵਿੱਚ ਹਮੇਸ਼ਾ ਹੀ ਰਹਿ। ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ, ਸਤਿਗੁਰ ਬਾਝੋਂ ਹੋਰ ਕੱਚੀ ਬਾਣੀ। ਜਿਹੜਾ ਸਤਿਗੁਰ ਹੈ ਨਾ, ਸਤਿਗੁਰ ਤੋਂ ਬਿਨਾ ਬਾਣੀ ਕੱਚੀ ਹੈ, ਹੋਰ ਜਿੰਨੀ ਵੀ ਹੈ। ਹੁਣ ਸਾਨੂੰ ਅਸੀਂ ਕੀ ਸਮਝਦੇ ਹਾਂ? ਅਸੀਂ ਬਾਣੀ ਕਿਹਨੂੰ ਸਮਝਦੇ ਹਾਂ? ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਇਹੀ ਬਾਣੀ ਹੈ ਨਾ ਸਾਡੇ ਵਾਸਤੇ। ਇਹ ਤਾਂ ਬਾਣੀ ਹੈ ਹੀ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ, ਕੋਈ ਸ਼ੱਕ ਨਹੀਂ। ਪਰ ਜਦੋਂ ਅਸੀਂ ਥੋੜਾ ਸੋਚੀਏ ਕਿ ਜਿਸ ਟਾਈਮ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਨਹੀਂ ਸੀ ਹੋਈ, ਭਗਤ ਰਵਿਦਾਸ ਜੀ ਨੇ, ਫਰੀਦ ਸਾਹਿਬ ਨੇ, ਕਬੀਰ ਸਾਹਿਬ ਨੇ, ਉਦੋਂ ਵੀ ਤਾਂ ਬਾਣੀ ਪਈ ਸੀ ਨਾ ਉੱਥੇ। ਉਸ ਟਾਈਮ ਉਹ ਬਾਣੀ ਕੀ ਸੀ? ਸੱਚੀ ਸੀ ਕਿ ਕੱਚੀ ਸੀ? ਉਸ ਟਾਈਮ ਵੀ ਸੱਚੀ ਬਾਣੀ ਸੀ। ਔਰ ਫਰੀਦ ਸਾਹਿਬ, ਰਵਿਦਾਸ ਜੀ ਦੀ ਗੱਲ ਛੱਡੋ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਤੋਂ ਪਹਿਲੇ ਗੁਰੂ ਨਾਨਕ ਸਾਹਿਬ ਦੀ ਬਾਣੀ, ਉਹ ਚਾਰ ਗੁਰੂ ਸਾਹਿਬ ਦੀ ਬਾਣੀ ਵੀ ਤੇ ਮੌਜੂਦ ਸੀ ਨਾ ਉੱਥੇ। ਔਰ ਈਵਨ ਇੱਥੇ ਤੱਕ ਅਸੀਂ ਦੇਖੀਏ ਕਿ ਜਿਹੜੀ ਜਿਸ ਕਾਵ ਰੂਪ ਦੇ ਵਿੱਚ ਗੁਰੂ ਸਾਹਿਬਾਂ ਨੇ, ਪੰਜ ਗੁਰੂ ਸਾਹਿਬਾਂ ਨੇ ਬਾਣੀ ਰਚੀ ਹੈ, ਮੰਨ ਲਓ ਅਸੀਂ ਗੁਰੂ ਅੰਗਦ ਸਾਹਿਬ ਦੀ ਲਿਖੀਏ ਦੇਖੀਏ, ਜਾਂ ਗੁਰੂ ਅਮਰਦਾਸ ਜੀ ਦਾ, ਉਹ ਤੇ ਦੂਸਰੇ ਕਿਸੇ ਧੜੇ ਨੂੰ ਉਸ ਤੋਂ ਬਿਲੋਂਗ ਪਹਿਲੇ ਕਰਦੇ ਸੀ ਨਾ, ਆਪਣੇ ਇੱਧਰ ਆਉਣ ਤੋਂ ਪਹਿਲੇ। ਤੇ ਉਹਨਾਂ ਕੋਲ ਟੈਕਨੀਕ ਜੋ ਹੋਏਗੀ ਨਾ, ਮਤਲਬ ਜੇ ਗੁਰੂ ਅਮਰਦਾਸ ਜੀ ਦੀ ਬਾਣੀ ਹੈ, ਗੁਰੂ ਅਮਰਦਾਸ ਜੀ ਕੋਲ ਉਹ ਬਾਣੀ ਜਿਹੜੀ ਹੈ ਕਾਵ ਰਚਨਾ ਦੀ ਜਿਹੜੀ ਟੈਕਨੀਕ ਹੈ, ਉਹਨਾਂ ਕੋਲ ਹੋ ਸਕਦਾ ਪਹਿਲੇ ਵੀ ਹੋਏ, ਕਿਉਂਕਿ ਇਹ ਤਰੀਕਾ ਹੈਗਾ ਨਾ ਲਿਖਣ ਦਾ। ਅਸੀਂ ਹਰ ਕੋਈ ਬੰਦਾ ਨੂੰ ਇਸ ਟੈਕਨੀਕ ਦੇ ਨਾਲ ਨਹੀਂ ਲਿਖ ਸਕਦਾ। ਹੋ ਸਕਦਾ ਉਹ ਟੈਕਨੀਕ ਉਹਨਾਂ ਕੋਲ ਪਹਿਲੇ ਵੀ ਹੋਏ ਲਿਖਣ ਦੀ। ਔਰ ਗੁਰਤਾ ਗੱਦੀ ਤੋਂ ਪਹਿਲੇ ਵੀ ਉਹਨਾਂ ਨੇ ਕੋਈ ਆਪਣੀ ਦੇਵੀ ਮਾਤਾ ਦੇ ਕੋਈ ਭਜਨ ਭੁਜਨ ਸ਼ਾਇਦ ਲਿਖੇ ਹੋਣ, ਜਿੱਥੇ ਜਾਂਦੇ ਸੀ। ਉਹਨੂੰ ਕੀ ਕਵਾਂਗੇ? ਉਹ ਬਾਣੀ ਨਹੀਂ ਹੈ ਨਾ, ਬਾਣੀ ਔਰ ਗੁਰਬਾਣੀ। ਹਾਂ। ਸੋ ਦੂਜੇ ਪਾਸੇ ਹੁਣ ਬਾਣੀ ਜਿਹੜੀ ਗਾਣੀ, ਜਦੋਂ ਅਸੀਂ ਕਹਿੰਦੇ ਨਾ ਕਿ ਬਾਣੀ ਕਿਹਨੂੰ ਹੈ, ਕਿਹੜੀ ਬਾਣੀ ਗਾਣੀ ਹੈ, ਜਦੋਂ ਅਸੀਂ ਸ਼ਬਦ ਪੜ੍ਹਦੇ ਹਾਂ ਨਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਤੇ ਆਏ। ਅੱਗੇ ਕੀ ਹੈ ਜੀ? ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਏ। ਫਿਰ ਅੱਗੇ ਕਹਿੰਦੇ ਨੇ, ਫਿਰ ਚੜੇ ਦਿਵਸ ਉਪਦੇਸ਼ ਗੁਰੂ ਹਰ ਹਰ ਜਾਪੇ, ਸਭ ਕਲਵਿਕ ਵਾਪ ਦੋਖ ਲੈ ਜਾਏ, ਫਿਰ ਚੜੇ ਦਿਵਸ ਗੁਰਬਾਣੀ ਗਾਵੇ। ਹੁਣ ਦੇਖੋ, ਇਹ ਉੱਤੇ ਪਹਿਲੇ ਸਾਰੀ ਗੱਲ ਕੀਤੀ ਹੈ ਨਾ, ਗੁਰੂ ਸਤਿਗੁਰ ਕਾ ਜੋ ਸਿੱਖ ਹੈ ਸੋ ਭਲਕੇ ਉੱਠ ਹਰ ਨਾਮ ਤੇ ਆਏ। ਉਹ ਹਰੀ ਨਾਮ ਵੀ ਧਿਆਤਾ, ਸਭ ਕੁਝ ਕਰ ਦਿੱਤਾ। ਤੇ ਫਿਰ ਜਿਹੜੀ ਚੜੇ ਦਿਵਸ ਗੁਰਬਾਣੀ ਗਾਵੇ ਦਾ ਕੀ? ਫਿਰ ਕਿਹੜੀ ਬਾਣੀ ਗਾਏਗਾ? ਹੁਣ ਜਿਹੜੀ ਇੱਥੋਂ ਹੀ ਪਹਿਲੇ ਗੱਲ ਸਮਝ ਕੇ ਆਏ ਨਾ, ਬਾਣੀ ਦਾ ਮਤਲਬ ਹੈਗਾ ਕਿ ਸੱਚ ਦੇ ਵਿੱਚ ਸਮੋ ਜਾਣਾ, ਔਰ ਵਿਵਹਾਰ ਜਿਹੜਾ ਤੇਰਾ ਦੁਨੀਆ ਦੇ ਨਾਲ, ਉਹ ਦਿਵਸ ਚੜੇ ਤੇ ਹੀ ਹੁੰਦਾ। ਜਦੋਂ ਦਿਨ ਚੜ੍ਹਦਾ ਨਾ, ਆਪਣੇ ਘਰ ਦੇ ਜੋ ਉਹਨੇ ਕਿਰਿਆ ਕਰਨੀ ਸੀ ਕਰ ਲਈ, ਚੜੇ ਦਿਵਸ ਗੁਰਬਾਣੀ ਗਾਵੇ ਤੋਂ ਪਹਿਲੇ ਜਿਹੜੀ ਗੱਲ ਸੀ, ਭਲਕੇ ਉੱਠ ਹਰ ਨਾਮ ਤੇ ਆਵੇ। ਉਹ ਇਸ਼ਨਾਨ, ਉਹ ਸਾਰਾ ਇਸ਼ਨਾਨ ਵੀ ਕਰ ਲਿਆ, ਸਭ ਕੁਝ ਕਰ ਲਿਆ। ਹੁਣ ਜਦੋਂ ਦੁਕਾਨਦਾਰੀ ਕੀਤੀ, ਜੌਬ ਕੀਤੀ, ਦੁਨੀਆ ਦੇ ਵਿੱਚ ਰਿਹਾ ਨਾ ਜਦੋਂ, ਤੇ ਫਿਰ ਉਹਨੂੰ ਪਤਾ ਲੱਗਦਾ ਕਿ ਕੀ ਹੈਗਾ।
ਫਿਰ ਚੜੇ ਦਿਵਸ ਗੁਰਬਾਣੀ ਗਾਵੇ, ਬਹਿੰਦੇ ਉੱਠਦੇ ਹਰ ਨਾਮ ਬਹਿੰਦੇ ਉੱਠਦੇ ਹਰ ਨਾਮ ਤੇ ਆਵੇ। ਹੁਣ ਦੇਖੋ ਕੱਚੀ ਔਰ ਸੱਚੀ ਬਾਣੀ ਨੂੰ ਅਸੀਂ ਕਿਸ ਤਰ੍ਹਾਂ ਦੇਖੀ। ਇੱਕ ਚੀਜ਼ ਮੈਨੂੰ ਹੁਣ ਪਿੱਛੇ ਜੇ, ਮੰਨ ਲਓ ਗੁਰੂ ਘਰ ਦੇ ਵਿੱਚ, ਗੁਰਦੁਆਰੇ ਵਿੱਚ ਜਾਂ ਕਿਤੇ ਵੀ ਅਸੀਂ ਪ੍ਰੋਗਰਾਮ ਕਰੀਏ, ਉੱਥੇ ਕੋਈ ਆਪਣੀ ਰਚਨਾ ਪੜ੍ਹਦਾ ਹੋਏ, ਕੋਈ ਵੀ ਰਚਨਾ ਉਹ ਕਵਿਤਾ ਦੇ ਰੂਪ ਦੇ ਵਿੱਚ ਕਿਸੇ ਵੀ ਤਰੀਕੇ ਦਾ ਪੜ੍ਹਦਾ ਹੋਏ, ਅਸੀਂ ਉਹਨੂੰ ਕਹਿੰਦੇ ਆ ਕੱਚੀ ਬਾਣੀ ਹੈ। ਬਿਲਕੁਲ ਸੌਖਾ, ਕੋਈ ਉਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ, ਕੱਚੀ ਬਾਣੀ ਹੈ। ਪਰ ਕੋਈ ਬੰਦਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਹੋਏ ਔਰ ਬੈਠਾ ਹੋਏ ਨੀਲਧਾਰੀਆਂ ਦੇ ਪ੍ਰੋਗਰਾਮ ਤੇ, ਉਹ ਪੜ੍ਹਦਾ ਹੋਏ ਗੁਰਬਾਣੀ, ਹੈ ਨਾ, ਉਹਨੂੰ ਕੀ ਕਵਾਂਗੇ? ਉੱਥੇ ਪੜ੍ਹਦਾ ਹੋਏ ਤੂੰ ਵੱਡ ਪੂਰਕ ਅਗਮ ਅਗੋਚਰ ਨੂੰ ਤੁਮ ਆਪੇ ਹੀ ਅਪਾਕੀ, ਉੱਥੇ ਬੈਠਾ ਪੜ੍ਹਦਾ ਹੋਏ ਤੂੰ ਵੱਡ ਪੂਰਕ ਅਗਮ ਅਗੋਚਰ, ਉਹ ਤੁਮ ਕਿਹਨੂੰ ਕਹਿ ਰਿਹਾ ਹੈ? ਗੁਰਬਾਣੀ ਕਿਤੇ ਵੀ ਪੈ ਰਿਹਾ, ਕਿੱਥੇ ਬੈਠਾ ਹੋਏ, ਕਦੇ ਸੰਤਾਂ ਦੇ ਬੈਠਾ ਹੋਏ, ਸੰਤ ਸ਼ਰਨ ਜੋ ਜਨ ਪਰੇ ਸੋ ਜਨ ਉਦਰਨਹਾਰ, ਇਹ ਗੁਰਬਾਣੀ ਗਾ ਰਿਹਾ, ਬੈਠਾ ਹੋਇਆ ਉੱਥੇ, ਕਹਿ ਕਿਹਨੂੰ ਰਿਹਾ? ਉਹਨੂੰ ਕੀ ਕਵਾਂਗੇ? ਕੱਚੀ ਬਾਣੀ ਹੈ, ਸੱਚੀ ਬਾਣੀ ਤੇ ਗੁਰੂ ਗ੍ਰੰਥ ਸਾਹਿਬ ਦੀ ਗਾ ਰਿਹਾ। ਫਿਰ ਬਸ ਇਸੇ ਭਾਵ ਨੂੰ ਕਹਿੰਦੇ ਨੇ, ਕੋਈ ਗਾਵੇ ਰਾਗੀ ਨਾਦੀ ਵੇਦੀ ਬਹੁ ਭਾਟ ਕਰ, ਨਹੀਂ ਯਾਰ ਪੀਜੇ ਰਾਮ ਰਾਜੇ। ਕਿਉਂ? ਜਿੰਨਾ ਅੰਤਰ ਕਪਟ ਵਿਕਾਰ ਹੈ ਤਿੰਨਾ ਰੋਏ, ਰੋਣੇ ਨੇ। ਫਿਰ ਇਹ ਜੋ ਗਾ ਰਿਹਾ ਨਾ, ਇਹਦਾ ਰੋਣਾ ਹੈਗਾ, ਇਹ ਕੋਈ ਗੁਰਬਾਣੀ ਨਹੀਂ ਗਾ ਰਿਹਾ। ਹਰ ਕਰਤਾ ਸਭ ਕੁਝ ਜਾਣਦਾ। ਸੋ ਇੱਥੋਂ ਅਸੀਂ ਸਾਨੂੰ ਸਮਝ ਆਏਗੀ ਬਾਣੀ, ਕੱਚੀ ਬਾਣੀ ਸੱਚੀ ਬਾਣੀ ਹੈ ਕੀ। ਅੰਤਰ ਗੱਲ ਸਾਰੀ ਕਿ ਸੱਚਿਆਰਾ ਹੋਈ ਹੈ, ਕਿ ਕੂੜੇ ਟੁੱਟੇ ਪਾਲ ਦੀ ਗੱਲ ਜਿੱਥੋਂ ਕੀਤੀ ਹੈ ਨਾ, ਉਹ ਸਾਰੀ ਉਹਦੀ ਵਿਆਖਿਆ ਹੈ ਅੱਗੇ। ਅੱਗੇ ਕਹਿੰਦੇ ਨੇ ਹਰ ਹਰ ਨਿਤ ਕਰੇ ਰਸਨਾ। ਹੁਣ ਦੇਖੋ ਗਾ ਰਿਹਾ, ਪਰ ਅੰਤਰ ਕਪਟ ਵਿਕਾਰ ਹੈ। ਹਰ ਹਰ ਨਿਤ ਕਰੇ ਰਸਨਾ, ਕਹਿਆ ਕਛੂ ਨਾ ਜਾਣੀ। ਕਹਿੰਦਾ ਪਿਆ ਕੀ ਕਹਿ ਰਿਹਾ, ਉਹਨੂੰ ਪਤਾ ਕੁਝ ਨਹੀਂ ਹੈਗਾ, ਉਹਦੇ ਨਾਲ ਕੋਈ ਕਨੈਕਸ਼ਨ ਨਹੀਂ ਹੈਗਾ, ਉਹਦੇ ਨਾਲ ਕੋਈ ਕੰਸਰਨ ਨਹੀਂ ਹੈਗਾ। ਕਿਉਂ? ਚਿੱਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪਏ ਹੁਣ ਜੋ ਮਰਜ਼ੀ ਬੋਲੀ ਜਾਏ। ਰਵਾਣੀ ਦਾ ਅਰਥ, ਜਿਸ ਤਰ੍ਹਾਂ ਕੋਈ ਅਸੀਂ ਸੜਕਾਂ ਤੇ ਦੇਖਦੇ ਹਾਂ ਨਾ, ਇੱਕ ਬਾਵਲਾ ਹੁੰਦਾ ਕੋਈ, ਉਹ ਬੋਲੀ ਜਾਂਦਾ ਉਹਨੂੰ, ਉਹ ਜੋ ਬੋਲ ਰਿਹਾ ਉਹਨੂੰ ਪਤਾ ਨਹੀਂ ਹੁੰਦਾ ਮੈਂ ਕੀ ਬੋਲ ਰਿਹਾ, ਕਿਹਨੂੰ ਬੋਲ ਰਿਹਾ, ਜੋ ਬੋਲਣ ਦਾ ਮੇਰੇ ਅਰਥ ਵੀ ਹੈ ਕਿ ਨਹੀਂ, ਕਿਉਂਕਿ ਉਹ ਅੰਦਰੋਂ ਚਿੱਤ ਮਨ ਤੇ ਕੋਈ ਉਹਦੇ ਨਾਲ ਕੋਈ ਕੰਸਰਨ ਨਹੀਂ ਹੁੰਦਾ, ਉਹ ਜੋ ਮੂੰਹ ਚਾਹੇ ਬੋਲੀ ਜਾ ਰਿਹਾ ਬਸ। ਚੱਕ ਮਾਰੀ ਸਾਡੇ ਕਈ ਸੜਕਾਂ ਤੇ ਅਸੀਂ ਦੇਖਦੇ ਹਾਂ ਥੋੜੇ ਮੈਂਟਲੀ ਡਿਸਟਰਬਡ ਹੁੰਦੇ ਨੇ ਜਾਂ ਬਾਵਲੇ ਹੁੰਦੇ ਨੇ। ਕਹੇ ਨਾਨਕ ਸਤਿਗੁਰ ਬਾਝੋਂ ਹੋਰ ਕੱਚੀ ਬਾਣੀ। ਸੋ ਗੁਰ ਕਾ ਸ਼ਬਦ ਰਤਨ ਹੈ। ਹੁਣ ਦੇਖੋ ਸ਼ਬਦ ਦੀ ਗੱਲ ਕਰ ਰਹੇ ਨੇ ਅੱਗੋਂ, ਹੁਣ ਉੱਥੇ ਰਿਐਲਿਟੀ ਤਾਂ ਸਾਨੂੰ ਲਿਆ ਰਹੇ ਨੇ, ਉੱਥੋਂ ਦੀ ਸਾਰੀ ਗੱਲ ਸਮਝਾ ਕੇ ਕੱਚੀ ਬਾਣੀ ਕਿਹੜੀ ਹੈ, ਸੱਚੀ ਬਾਣੀ ਕਿਹੜੀ ਹੈ। ਹੁਣ ਸਾਨੂੰ ਗੱਲ ਅਗਲੀ ਸਟੈਪ ਤੇ, ਅਗਲੀ ਪੜਾਵ ਤੇ ਸਾਨੂੰ ਚੜਾਇਆ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ, ਸ਼ਬਦ ਸੇਤੀ ਮਨ ਮਿਲਿਆ, ਸੱਚੇ ਲਾਇਆ ਪਾਓ। ਇਹਨੂੰ ਸੱਚਾ, ਇਹਨੂੰ ਬਾਣੀ ਹੈ, ਇਹ ਸੱਚੀ ਬਾਣੀ ਤੇ ਸਾਨੂੰ ਉੱਥੇ ਪਹੁੰਚਾਇਆ ਕਿ ਗੁਰ ਕਾ ਸ਼ਬਦ ਕੀ ਹੈ, ਉਹ ਰਤਨ ਹੈ ਜਿਹਦੇ ਵਿੱਚ ਹੀਰੇ ਜੜੇ ਹੋਏ। ਇਸ ਇੱਕ ਸੰਕੇਤਕ ਗੱਲ ਹੈਗੀ। ਅਸੀਂ ਹਰ ਇੱਕ ਚੀਜ਼ ਨੂੰ ਦੇਖੋ ਭਾਵ ਅਰਥ ਅਸੀਂ ਜ਼ਰੂਰ ਲਈ ਹੈ, ਭਾਵ ਅਰਥ ਜਦ ਤੱਕ ਨਹੀਂ ਲਵਾਂਗੇ ਨਾ ਤੇ ਫਿਰ ਗੱਲ ਕਿਤੇ ਹੋਰ ਪਹੁੰਚ ਜਾਏਗੀ। ਸ਼ਬਦ ਰਤਨ ਜਿਤ ਮਨ ਲਾਗਾ, ਇਹ ਹੋਆ ਸਮਾਓ।
ਇਹ ਸਮਾ ਜਾਇਆ, ਜਿਹੜਾ ਸ਼ਬਦ ਦੇ ਨਾਲ ਜਿਹਦਾ ਮਨ ਲੱਗ ਗਿਆ ਨਾ ਉਹ ਸਮਾ ਗਿਆ। ਇਹ ਸਮਾਣਾ ਜਿਹੜਾ ਨਾ, ਇਹ ਆਨੰਦ ਦੀ ਇੱਕ ਹੋਰ ਡੈਫੀਨੇਸ਼ਨ, ਇੱਕ ਹੋਰ ਤਰੀਕੇ ਦੇ ਨਾਲ ਸਾਨੂੰ ਆਨੰਦ ਦੱਸਿਆ। ਸਮਾ ਜਾਣਾ ਸ਼ਬਦ ਦੇ ਵਿੱਚ, ਸੱਚ ਦੇ ਵਿੱਚ। ਹੁਣ ਦੇਖੋ ਸ਼ਬਦ, ਅਸੀਂ ਅਗਲੀ ਗੱਲ, ਅਸੀਂ ਬਾਣੀ ਕਿਨੂੰ ਸਮਝ ਲਈ, ਸੱਚੀ ਕੱਚੀ ਬਾਣੀ, ਹੁਣ ਸ਼ਬਦ ਨੂੰ ਵੀ ਸਮਝ ਲਈ। ਸ਼ਬਦ ਕੀ ਹੈ ਜੀ ਸਾਡੇ ਵਾਸਤੇ? ਅਸੀਂ ਕਹਿੰਦੇ ਆ ਕਾਗਜ਼ ਤੇ ਲਿਖਿਆ ਸ਼ਬਦ। ਹੁਣ ਕਾਗਜ਼ ਤੇ ਲਿਖਿਆ ਸ਼ਬਦ ਤੇ ਸ਼ਬਦ ਹੈ, ਉਹਦੇ ਕੋਈ ਦੋ ਰਾਏ ਨਹੀਂ ਹੈਗੀ। ਪਰ ਜੇ ਉਸ ਸ਼ਬਦ ਨੂੰ ਘਰ ਦੀ ਦੀਵਾਰ ਤੇ ਟੰਗ ਦਈਏ ਔਰ ਸੋਚੀਏ ਕਿ ਸਾਡੀ ਰਖਵਾਲੀ ਕਰੇਗਾ, ਭਾਵਨਾ ਹੁੰਦੀ ਹੈ ਨਾ ਸਾਡੀ, ਟੰਗੇ ਨੇ। ਤੇ ਜੇ ਔਖੀ ਘੜੀ ਨਾ ਦੇਖਣ ਦੀ ਆ ਸ਼ਬਦ ਲੱਗ ਕੇ ਟੰਗਾ ਆ, ਔਰ ਭਾਵਨਾ ਕੀ ਹੈਗੀ? ਸਾਨੂੰ ਘਰ 'ਚ ਸੁਖ ਸ਼ਾਂਤੀ ਵਰਤੇ। ਤੇ ਜੇ ਕਿਸੇ ਨੇ ਕੋਈ ਰੱਬ ਦੀ ਸ਼ਕਲ ਬਣਾ ਕੇ ਉਹ ਟੰਗਿਆ ਹੋਇਆ, ਉਹਦਾ ਵੀ ਮਕਸਦ ਇਹੀ ਹੈ। ਫਰਕ ਹੈ ਕੋਈ? ਅਸੀਂ ਤਾਂ ਪੂਜਾ ਹੀ ਸ਼ੁਰੂ ਕਰ ਦਿੱਤੀ। ਸ਼ਬਦ ਦੀ ਪੂਜਾ ਹੈ ਸਾਡੇ 'ਚ, ਪੂਜਾ ਦੀ ਕੋਈ ਉਹ ਨਹੀਂ। ਗੁਰੂ ਸਾਹਿਬ ਨੇ ਪੂਜਾ ਕਿਹਾ ਕਰਨ ਵਾਸਤੇ, ਪੂਜਾ ਕੀਚੈ ਨਾਮ ਤੇ ਆਈਏ, ਬਿਨ ਸ਼ਬਦ ਬਿਨ ਨਾਮੈ ਪੂਜਨਾ ਹੋਈ। ਨਾਮ ਤੋਂ ਬਿਨਾ ਨਹੀਂ, ਗੁਣਾ ਤੋਂ ਬਿਨਾ ਪੂਜਾ ਨਹੀਂ ਹੁੰਦੀ। ਅਸੀਂ ਪੂਜਾ ਕਿਹਦੀ ਪੂਜਾ? ਅਸੀਂ ਉਸ ਨੂੰ ਪੂਜਾ, ਉਸੇ ਸ਼ਬਦ ਨੂੰ ਲੈ ਕੇ ਅਸੀਂ ਪੂਜਾ ਸ਼ੁਰੂ ਕਰ ਦਿੱਤੀ, ਜਿਸ ਸ਼ਬਦ ਨੂੰ ਸਮਝ ਕੇ ਗਿਆਨ ਲੈਣ ਦੀ ਗੱਲ ਕੀਤੀ ਸੀ। ਜਦੋਂ ਅਸੀਂ ਪੜ੍ਹਦੇ ਤਾਤੀ ਭਾਵਨਾ ਲੱਗ ਗਈ, ਬੱਚੇ ਨੂੰ ਕਹਿ ਦਿੰਦੇ ਆ ਕੀ ਭਾਵਨਾ ਹੁੰਦੀ ਹੈ ਸਾਡੀ? ਬੁਖਾਰ ਉਤਰ ਜਾਏ ਕਿਤੇ। ਜੇ ਅਸੀਂ ਸ਼ਬਦ ਪੜ੍ਹਦੇ ਹਾਂ ਇੱਥੇ ਆ ਕੇ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਕੀ ਭਾਵਨਾ ਸਾਡੀ? ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਕੁਝ ਦਿਨ ਪਹਿਲੇ ਮੈਂ ਕਿਸੇ ਕੋਲ ਗਿਆ ਤੇ ਮੈਂ ਉਹ ਕਾਗਜ਼, ਬੜਾ ਮੁੜਿਆ ਤੋੜਿਆ ਕਾਗਜ਼, ਬਿਲਕੁਲ ਫਟਿਆ ਪੁਰਾਣਾ, ਉਹਦੇ ਵਿੱਚੋਂ ਸ਼ਬਦ ਮੈਂ ਦੇਖਿਆ ਤੇ ਮੈਨੂੰ ਇਸ਼ਾਰਾ ਕੀਤਾ, ਸ਼ਬਦ ਥਿਰ ਕਰ ਬੈਸੋ ਅਰਜਨ ਪਿਆਰੇ। ਬਸ ਇੰਜ ਕਰਕੇ ਹਾਂਜੀ ਹਾਂਜੀ ਦੱਸੋ ਜੀ। ਮੈਂ ਕਿਹਾ ਜੀ ਪੜ੍ਹ ਰਹੇ ਸੀ। ਉਹ ਕਹਿੰਦਾ ਨਹੀਂ, ਉਹ ਥੋੜਾ ਜਿਹਾ ਮਨ ਰਹਿੰਦਾ, ਮੁਸੀਬਤਾਂ ਆਈਆਂ ਹੋਈਆਂ ਅੱਜ ਕੱਲ੍ਹ, ਇਹ ਹੈ ਉਹ ਹੈ, ਕਈ ਦਿੱਕਤਾਂ ਹੈਗੀਆਂ। ਇਹ ਕਿਸੇ ਨੇ ਮੈਨੂੰ ਦਿੱਤਾ ਸੀ ਲਿਖ ਕੇ, ਇਹ ਪੜ੍ਹਿਆ ਕਰੋ ਦਿਨ 'ਚ, ਉਹ ਜਦੋਂ ਟਾਈਮ ਹੁੰਦਾ ਮੈਂ ਪੜ੍ਹ ਲੈਂਦਾ। ਕੀ ਭਾਵਨਾ ਦੱਸੋ? ਸ਼ਬਦ, ਅਸੀਂ ਕਿਸ ਸ਼ਬਦ ਰਤਨ ਜਿਤ ਮਨ ਲੱਗਾ ਇਹ ਹੋਆ ਸਮਾਓ, ਸ਼ਬਦ ਜਤੀ ਮਨ ਮਿਲਿਆ, ਸੱਚੇ ਲਾਇਆ ਭਾਵ, ਕਦੀ ਅਸੀਂ ਪਹੁੰਚੇ ਨਹੀਂ। ਪਤਾ ਨਹੀਂ ਕਿਤਨੀ ਵਾਰੀ ਆਨੰਦ ਸਾਹਿਬ ਵੀ ਬਾਣੀ ਪੜ੍ਹ ਲੈ, ਸੱਚੇ ਲਾਇਆ ਭਾਵ ਦੀ ਕੋਈ ਗੱਲ ਹੀ ਨਹੀਂ। ਸੱਚੇ ਲਾਇਆ ਆਪੇ ਹੀਰਾ ਰਤਨ, ਆਪੇ ਜਿਸ ਨੂੰ ਦੇ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ। ਸ਼ਬਦ ਰਤਨ ਹੈ। ਰਤਨ ਤੋਂ ਭਾਵ ਕੀਮਤੀ ਚੀਜ਼ ਹੈ। ਅਸੀਂ ਭਾਵ ਜ਼ਰੂਰ ਲੈਣਾ। ਹੁਣ ਅੱਜ ਕੱਲ ਕਿਉਂਕਿ ਮੌਸਮ ਇਹੋ ਜਿਹਾ ਹੁੰਦਾ ਨਾ, ਹਰ ਸਾਡੀ ਇੱਕ ਰਵਾਇਤ ਆ, ਅਸੀਂ ਪੜ੍ਹਦੇ ਹੁੰਦੇ ਹਾਂ, ਹਰ ਕਾ ਨਾਮ ਤੇ ਆਏਗੇ ਹੋ ਹਰਿਆ ਪਾਈ ਬਸੰਤ ਦੇਸ। ਹੁਣ ਇਹਦਾ ਅਰਥ, ਲਫ਼ਜ਼ੀ ਅਰਥ ਕਰ ਦਈਏ ਕਿ ਜਿਹੜਾ ਹਰੀ ਦੇ ਨਾਮ ਨੂੰ ਧਿਆਨਦਾ ਉਹ ਹਰਾ ਹੋ ਜਾਂਦਾ। ਕੀ ਹਰਾ ਹੋ ਜਾਂਦਾ? ਰੰਗ ਹਰਾ ਹੋ ਜਾਂਦਾ ਉਹਦਾ। ਹਰ ਕਾ ਨਾਮ ਤੇ ਆਏ ਕਿ ਹੋ ਹਰਿਆ ਪਾਈ ਦਾ ਕੀ ਅਗਰ ਲਫ਼ਜ਼ੀ ਅਰਥ ਕਰਦੀ ਕੀ ਹਰਾ ਹੋ ਜਾਂਦਾ? ਕੀ ਹਰਾ ਹੋ ਜਾਂਦਾ? ਰੰਗ ਦਾ ਨਹੀਂ, ਉਹਦਾ ਮਨ ਪ੍ਰਫੁੱਲਤ ਹੋ ਜਾਂਦਾ। ਭਾਵ ਅਰਥ ਲਵਾਂਗੇ ਨਾ। ਤੇ ਗੁਰਬਾਣੀ ਦੇ ਅਸੀਂ ਜਦੋਂ ਅਸੀਂ ਅਰਥ ਕਰ ਲਾਂਗੇ, ਕਿਉਂ ਭਾਵ ਅਰਥ ਨਹੀਂ ਲੈਂਦੇ ਅਸੀਂ? ਕਿ ਲਫ਼ਜ਼ੀ ਅਰਥ ਕਿੱਥੇ ਤੱਕ ਅਸੀਂ ਕਰਾਂਗੇ? ਲਫ਼ਜ਼ੀ ਅਰਥ ਠੀਕ ਹੈ ਆਪਣੀ ਜਗ੍ਹਾ ਤੇ, ਲੇਕਿਨ ਅਗਲੇ ਸਟੈਪ ਤੇ ਵੀ ਜਾਣਾ ਨਾ। ਸੋ ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਅੱਗੇ ਕਹਿੰਦੇ ਨੇ ਕਹੇ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ। ਹੀਰੇ ਜੜੇ ਹੋਏ ਨੇ ਉਸ ਰਤਨ ਦੇ ਵਿੱਚ, ਭਾਵ ਗੁਣਾਪੁਰ ਬੜਾ ਬੇਸ਼ਕੀਮਤੀ ਚੀਜ਼ ਹੈ ਸ਼ਬਦ। ਔਰ ਸਿੱਧਾ ਨੇ ਜਦੋਂ ਪੁੱਛਿਆ ਸੀ ਨਾ ਗੁਰੂ ਸਾਹਿਬ ਤੋਂ, ਸੋ ਸ਼ਬਦ ਕਾ ਕਹਾ ਨਿਵਾਸ ਕਥੀ ਹਲੇ, ਜਿਤ ਤਰੀਏ ਭਵਜਲ ਸੰਸਾਰੋ। ਕਿੱਥੇ ਉਹ ਸ਼ਬਦ ਰਹਿੰਦਾ ਕਿੱਥੇ ਹੈ? ਤੇ ਉਦੋਂ ਜਿਹੜਾ ਨਾ ਉਹ ਮਤਲਬ ਗੁਰੂ ਸਾਹਿਬ ਦੀ ਬੜੀ ਕਮਾਲ ਦੀ ਗੱਲ ਸੀ। ਸੋ ਸ਼ਬਦ ਕਹਾ, ਉਹ ਸ਼ਬਦ ਜਿਹੜਾ ਨਾ ਉਹ ਹਰ ਜਗ੍ਹਾ ਵਸਿਆ ਹੋਇਆ ਪੂਰੇ ਬ੍ਰਹਿਮੰਡ ਦੇ ਵਿੱਚ।
सो शब्द का कहां निवास कथियले जित तरिए भवजल संसारो। सो शब्द को निरंतर वास अलख जय देखा तै सोई। गुरु साहब का, गुरु नानक साहब का जवाब सी कि वो शब्द जिहड़ा हर पासे जिथे देखदा वो शब्द हर जगह, वो शब्द है रब्बी नियम, वो सिस्टम, लॉज ऑफ नेचर। और जिथे भी देख लो ये आवाज माइक तो बोल रहा तुहाडे तक जा रही है, लॉज ऑफ नेचर काम कर रहा कि नहीं? रब्बी नियम काम कर रहा है, बोल पा रहे हैं ਅਸੀਂ, ਤੁਸੀਂ सुन पा रहे हो, ਅਸੀਂ बैठे हैं। एक कोई भी चीज साडे अखां तो कितने दूर तक देख लीए, कितने भी कोई भी चीज ऐसी जिहड़ी रब्बी नियम तो परे होए, उस इस शब्द गुरु साहब और रब्बी नियम सिस्टम नूं कहंदे ने। ज्ञान हर चीज च सानू वो ज्ञान मिलता है जे असीं लेना चाहे कोई। सो पूरे जिहड़ा अज दी जिहड़ी 3 पौड़ियां असीं पढ़ियां, इहदे च बाणी, सच्ची बाणी, कच्ची बाणी, शब्द, ਇਹ ਸਾਰਿਆਂ ਦੀ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਵਿਆਖਿਆ ਕਰਕੇ ਦਿੱਤੀ ਹੈ। ਅਗਲੇ ਜਿਹੜੀ ਅਗਲਾ ਪੜਾਅ ਹੈ ਉਹਦੇ ਚ ਹੋਰ ਜਿਹੜੀ ਗੁਰੂ ਸਾਹਿਬ ਦੀ ਜਿਹੜੀ ਸਾਨੂੰ ਸੋਝੀ ਦੇਣਗੇ, ਅਸੀਂ ਉਹਦੇ ਨਾਲ ਫਿਰ ਸਾਂਝ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।